ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, नाम के धारे सगले जंत। वाहिगुरु जी का खालसा, वाहिगुरु जी की फतेह। गुरां दी साजी और निवाजी साध संगत जी, ਆਪ जी नूं पता है लड़ीवार विचार श्री सुखमनी साहिब जी दी सतगुरु जी तरस करके रल मिल के साडे तो सेवा करवा रहे हैं और असी सरवण करके लाहे प्राप्त कर रहे हैं। तो आओ इस 16वीं अष्टपदी दे 4 पदियां दी विचार असी लंघ चुके कल दे विच कीती है और जो अज वाला कल अज वाला समा साडे हत्थ विच है, इस समय दे विच असी इस तो अगे 16वीं अष्टपदी दे बाकी दे जो 4 पदे विचार सहित करन वाले हन, वो असी सतगुरु जी दी आग्या और सतगुरु जी दी रहमत सदका ये विचार कर सकीए। आओ आनंद लेना करिए। नाम के धारे सगले जंत। हुण धन गुरु अर्जन देव महाराज जी नाम दी पावर, नाम दी शक्ति और नाम दी उस्तत सिफतो सलाह करते हैं। इत्थे नाम ते नामी दी अभेदता समझनी। नाम उस प्रसिद्ध परमेश्वर दा नाम है, वो नामी चेतन दा नाम है। उसने अपने नाम दे आसरे ही सारे जी जंत जिन्ने आ ना आप दे आसरे धारण कीते हुए आ चेतन रूप विच। नाम के धारे खंड ब्रह्मंड। फिर सतगुरु जी उस नाम आप दे नामी परमेश्वर ने आसरे धारण कीते आ 9 खंड जेड़े आ ना, ਇਹ ਬ੍ਰਹਿਮੰਡ ਵੱਡੇ ਅੰਡੇ 7 ਦੀਪ ਆ। 7 ਉਤਲੇ ਲੋਕ, 7 ਥੱਲੇ ਵਾਲੇ ਪਤਾਲ, ਇਹ ਵੀ ਉਸ ਆਪ ਦੇ ਨਾਮ ਦੇ ਆਸਰੇ ਹੀ ਉਸ ਪ੍ਰਸਿੱਧ ਵਾਹਿਗੁਰੂ ਨੇ ਧਾਰਨ ਕੀਤੇ ਹਨ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ। ਅੱਗੇ ਸਤਿਗੁਰੂ ਜੀ ਫਰਮਾਉਂਦੇ ਨਾਮ ਦੀ ਉਸਤਤ ਕਰਦਿਆਂ ਕਿ ਨਾਮ 27 ਸਿਮਰਤੀਆਂ, 4 ਵੇਦ, 18 ਪੁਰਾਣ ਸਾਰੇ ਇਹਦੇ ਨਾਮ ਦੇ ਆਸਰੇ ਹੀ ਹੈ। ਉਹ ਨਾਮੀ ਪਰਮੇਸ਼ਰ ਦੇ ਆਸਰੇ ਸਾਰੇ ਧਾਰਨ ਕੀਤੇ ਆ। ਨਾਮ ਦੀ ਮਹਿਮਾ ਕਰਕੇ ਇਹਨਾਂ ਦੀ ਵਡਿਆਈ ਹੈ। ਨਾਮ ਕੇ ਧਾਰੇ ਸੁਨਨ ਗਿਆਨ ਧਿਆਨ। ਭਾਈ ਪਰਮੇਸ਼ਰ ਦੇ ਨਾਮ ਦੇ ਆਸਰੇ ਭਾਈ ਸੁਣਿਆ ਜਾਂਦਾ ਹੈ, ਗਿਆਨ ਨੂੰ ਤੇ ਧਿਆਨ ਲਾਇਆ ਜਾਂਦਾ ਹੈ। ਸਭ ਨਾਮ ਦੇ ਆਸਰੇ ਖਲੋਤੇ ਹਨ। ਸਰਵਣ ਕਰਨ ਵਾਲੇ ਵੀ ਅਤੇ ਗਿਆਨ ਕਥਨ ਕਰਨ ਵਾਲੇ ਵੀ, ਧਿਆਨ ਲਾਉਣ ਵਾਲੇ ਵੀ, ਸਭ ਉਸ ਨਾਮ ਦੇ ਆਸਰੇ ਹਨ। ਨਾਮ ਕੇ ਧਾਰੇ ਆਗਾਸ ਪਾਤਾਲ। ਆ ਜਿਹੜੇ ਆਕਾਸ਼ ਆਦਿਕ ਦਿਸਦੇ ਆ ਨਾ ਸਾਨੂੰ, ਇਹ ਪਤਾਲ ਆਦਿਕ ਸਭ ਪਰਮੇਸ਼ਰ ਦੇ ਨਾਮ ਦੇ ਆਸਰੇ ਹੀ ਖਲੋਤੇ ਹੋਏ ਆ, ਧਾਰਨ ਕੀਤੇ ਹੋਏ ਆ। ਸਭ ਨਾਮ ਦੇ ਆਸਰੇ ਟਿਕਾਈ ਹੋਈ ਹੈ ਸ੍ਰਿਸ਼ਟੀ ਦੀ। ਨਾਮ ਕੇ ਧਾਰੇ ਸਗਲ ਆਕਾਰ। ਇਹ ਸਾਰੇ ਜਿੰਨੇ ਆਕਾਰ ਹਨ, ਇਹ ਵੀ ਪਰਮੇਸ਼ਰ ਨਾਮ ਦੇ ਆਸਰੇ ਖਲੋਤੇ ਹਨ। ਨਾਮ ਕੇ ਧਾਰੇ ਪੁਰੀਆ ਸਭ ਭਵਨ। ਇਹ ਜਿਹੜੀਆਂ ਪੁਰੀਆਂ ਨਾ ਸਾਧ ਸੰਗਤ ਜੀ, ਜਿਵੇਂ ਬਿਸ਼ਨਪੁਰੀ, ਸ਼ਿਵਪੁਰੀ, ਕੁਬੇਰਪੁਰੀ, ਇੰਦਰਪੁਰੀ, ਜਮਪੁਰੀ ਆਦਿਕ ਸਾਰੀਆਂ ਪੁਰੀਆਂ ਜਿਹੜੀਆਂ ਨਾ, ਇਹ ਸਾਰੇ ਭਵਨ ਜਿੰਨੇ ਲੋਕ 14 ਲੋਕ ਸਭ ਨਾਮ ਦੇ ਆਸਰੇ ਪੁਰੀਆਂ ਸਮੇਤ
ਧਾਰਨ ਕੀਤੇ ਆ। ਪੁਰੀਆਂ ਜਿਹੜੀਆਂ ਜਾਗਰਤ ਸੁਪਨ ਸਕੋਪਤ ਆਦਿਕ, ਸਾਰੀਆਂ ਚ ਭਾਉਣ ਵਾਲਾ ਮਨ ਆਦਿਕ, ਸਭ ਪਰਮੇਸ਼ਰ ਦੇ ਸਰੂਪ ਦੇ ਨਾਮੀ ਦੇ ਆਸਰੇ ਧਾਰਨ ਕੀਤੇ ਹੋਏ ਹਨ। ਨਾਮ ਕੈ ਸੰਗ ਉਧਰੇ ਸੁਨ ਸਰਵਨ। ਜਿਹੜੇ ਨਾਮ ਦੇ ਜਪਣ ਵਾਲੇ ਸੰਗੀ ਹਨ, ਪ੍ਰੇਮੀ, ਉਹਨਾਂ ਦੇ ਨਾਲ ਮਿਲ ਕਰਕੇ ਜਿਹੜੇ ਸੁਣਦੇ ਆ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ, ਭਾਈ ਉਹ ਇਸ ਸੰਸਾਰ ਤੋਂ ਉਧਰ ਜਾਂਦੇ ਹਨ, ਪਾਰ ਲੱਗ ਜਾਂਦੇ ਹਨ। ਕਰ ਕਿਰਪਾ ਜਿਸ ਆਪਨੇ ਨਾਮ ਲਾਏ। ਇਸ ਕਰਕੇ ਕਿਰਪਾ ਦ੍ਰਿਸ਼ਟੀ ਕਰਕੇ ਜਿਨ੍ਹਾਂ ਪੁਰਖਾਂ ਨੂੰ ਮਹਾਰਾਜ ਸਾਹਿਬ ਨੇ ਆਪ ਦੇ ਨਾਮ ਵਿੱਚ ਸਾਧ ਸੰਗਤ ਜੀ ਲਾ ਲਿਆ ਹੈ, ਉਹੀ ਲੱਗ ਸਕਦਾ ਹੈ। ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਚੌਥੇ ਪਦ ਭਾਵ ਤੁਰਿਆ ਪਦ ਵਿੱਚ ਸਥਿਤ ਹੋ ਕੇ ਜਾਗਰਤ ਸੁਪਨ ਸਖੋਪਤ ਦਾ ਸਾਖੀ ਰੂਪ ਹੈ। ਜੋ ਉਸ ਵਿੱਚ ਸਥਿਤ ਹੋ ਕੇ ਸੋ ਜਨ ਗਤ ਹੁੰਦਾ ਮੁਕਤੀ ਨੂੰ ਪਾਉਂਦੇ, ਕੈਵਲੈ ਮੁਕਤੀ ਨੂੰ ਪਾਉਂਦੇ ਹਨ। ਰੂਪ ਸਤ ਜਾ ਕਾ ਸਤ ਅਸਥਾਨ। ਹੁਣ ਦੱਸ ਰਹੇ ਆ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਕਿ ਭਾਈ ਉਹ ਕਿਹੋ ਜਿਹਾ ਸਰੂਪ ਹੈ। ਕਹਿੰਦੇ ਸਰੂਪ ਹੀ ਉੱਥੇ ਸਤ ਹੈ, ਉਸ ਵਾਹਿਗੁਰੂ ਦਾ ਸਤ ਚਿਤ ਆਨੰਦ ਸਰੂਪ ਹੈ, ਜਿਸ ਦਾ ਅਸਥਾਨ ਵੀ ਅਦ ਅਸ਼ਟਾਂਗ ਰੂਪ ਥਾਂ ਵੀ ਸਤ ਹੈ। ਪੁਰਖ ਸਤ ਕੇਵਲ ਪ੍ਰਧਾਨ। ਅੱਗੇ ਦੱਸ ਰਿਹਾ ਉਹ ਪੂਰਨ ਵੀ ਸਤ ਸਰੂਪ ਕੇਵਲ ਆਪ ਹੈ, ਕੇਵਲ ਇੱਕੋ ਇੱਕ ਹੈ, ਉਹੀ ਪੂਰਾ ਹੈ, ਪ੍ਰਧਾਨ ਸਭ ਦਾ ਮੁਖੀ ਹੈ, ਆਪ ਹੈ ਤੱਤਾਂ ਨੂੰ ਪ੍ਰੇਰਨ ਵਾਲਾ। ਕਰਤੂਤ ਸਤ ਸਤ ਜਾ ਕੀ ਬਾਣੀ। ਅਤੇ ਜਿਸ ਦੀ ਕਰਤੂਤ ਭਾਵ ਕਰਨੀ ਵੀ ਸਤ ਹੈ, ਸੱਚ ਹੈ। ਜੋ ਪਰਮੇਸ਼ਰ ਦੀ ਆਪਣੀ ਕਰਨੀ ਜੋ ਕੁਝ ਕਰਦਾ ਹੈ, ਇੱਕ ਤੋਂ ਮੈਂ ਅਨੇਕ ਹੋਵਾਂ ਜਾਂ ਸਾਰਿਆਂ ਦਾ ਮੈਂ ਆਤਮਾ ਸਰੂਪ ਹਾਂ, ਇਹ ਕਰਨੀ ਹੈ ਉਹਦੀ, ਇਹ ਵੀ ਸਤ ਹੈ, ਭਾਵ ਸਦਾ ਸੱਚੀ ਹੈ। ਇਹ ਬਾਣੀ ਜਿਹੜੀ ਹੈ ਨਾ, ਉਹਦੀ ਵੇਦ ਰੂਪ ਜਾਂ ਸਤਨਾਮ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਰੂਪ ਬਾਣੀ, ਇਹ ਵੀ ਸਤ ਨੂੰ ਕਥਨ ਕਰਨ ਵਾਲੀ ਭਾਈ ਸੱਚੀ ਹੈ। ਜਿਵੇਂ ਤੀਜੇ ਪਾਤਸ਼ਾਹ ਜੀ ਫਰਮਾਉਂਦੇ ਆ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਸਤ ਕਰਮ ਸਤ ਪੁਰਖ ਸਭ ਮਾਹਿ ਸਮਾਣੀ। ਉਹ ਸਤ ਪੁਰਖ ਹੈ, ਸਾਰਿਆਂ ਵਿੱਚ ਉਸ ਦੀ ਜੋਤ ਸਮਾਈ ਹੋਈ ਹੈ। ਸਤ ਕਰਮ ਜਾ ਕੀ ਰਚਨਾ ਸਤ, ਜਿਹਦਾ ਕਰਤੱਵ ਵੀ ਸਤ ਹੈ। ਬਿਵਰਤਵਾਦ ਹੋਣੇ ਕਰਕੇ ਜਿਵੇਂ ਸੋਨਾ ਗਹਿਣਾ ਬਣ ਜਾਂਦਾ ਹੈ, ਰਹਿੰਦਾ ਸੋਨਾ ਹੀ ਆ, ਇਸੇ ਪ੍ਰਕਾਰ ਇਹ ਜਗਤ ਰੂਪ ਹੋ ਕੇ ਸਾਰਿਆਂ ਦਾ ਸਾਖੀ ਰੂਪ ਰਹਿੰਦਾ ਹੈ। ਇਸ ਕਰਕੇ ਜਗਤ ਦੇ ਕਰਮ ਕਰਨ ਵਾਲਾ, ਉਹਦਾ ਕਰਮ ਵੀ ਜਗਤ ਵੀ ਸਤ ਹੈ। ਉਹਦਾ ਕਰਮ ਸਾਖੀ ਰੂਪ ਹੋਣੇ ਕਰਕੇ ਇਹ ਵੀ ਸੱਚ ਹੈ। ਉਹ ਰਚਨਾ ਜਿਹੜੀ ਰਚੀ ਹੋਈ ਹੈ ਨਾ, ਇਹ ਵੀ ਸੱਚ ਹੈ, ਭਾਵ ਸਤ ਸਰੂਪ ਹੈ। ਮੂਲ ਸਤ ਸਤ ਉਤਪਤ। ਅੱਗੇ ਸਤਿਗੁਰੂ ਜੀ ਫਰਮਾਉਂਦੇ, ਮੂਲ ਕਾਰਨ ਰੂਪ ਵੀ ਸਤ ਆਪਦਾ ਹੈ। ਉਤਪਤੀ ਜਿਹੜੀ ਹੋਈ ਹੈ, ਇਹ ਵੀ ਸੱਚ ਹੈ, ਭਾਵ ਸਤ ਹੈ। ਇਸ ਤੇ ਲੋਕ ਸ਼ੰਕਾ ਕਰਨਗੇ ਕਿ ਮੂਲ ਰੂਪ ਬ੍ਰਹਮ ਤਾਂ ਠੀਕ ਸਤ ਮੰਨ ਲਿਆ, ਜਿਹੜਾ ਕੀਤਾ ਇਹ ਸਤ ਕਿਵੇਂ ਆ? ਜੰਮਦੇ ਮਰਦੇ ਦਿਸਦੇ ਆ। ਸਾਧ ਸੰਗਤ ਜੀ, ਬਿਵਰਤਵਾਦ ਹੈ। ਜਿਵੇਂ ਜਲ ਲਹਿਰ ਬਣ ਜਾਂਦਾ ਹੈ, ਫੇਰ ਵੀ ਜਲ ਹੀ ਰਹਿੰਦਾ ਹੈ। ਜਲ ਬੁੱਧਬੁੱਧਾ ਬਣ ਜਾਂਦਾ ਹੈ, ਫੇਰ ਵੀ ਪਾਣੀ ਹੀ ਰਹਿੰਦਾ ਹੈ। ਇਉਂ ਜਗਤ ਰੂਪ ਵੀ ਪਰਮੇਸ਼ਰ ਬਣਿਆ ਹੋਇਆ ਹੈ, ਤੇ ਉਹ ਸੱਚਾ ਹੈ, ਉਹ ਸੱਤਾ ਹੈ, ਉਹਦੀ ਸਾਖੀ ਹੈ। ਜੰਮਣ ਮਰਨ ਤੋਂ ਰਹਿਤ ਸੁਤੰਤਰ ਹੋਣੇ ਕਰਕੇ ਸਤ ਕਰਨੀ ਨਿਰਮਲ ਨਿਰਮਲੀ। ਭਾਈ ਜਿਨ੍ਹਾਂ ਨੇ ਸੱਚੀ ਕਮਾਈ ਕੀਤੀ ਹੈ ਨਾਮ ਦੀ, ਇਹ ਵੀ ਸਤ ਹੈ ਅਤੇ ਨਿਰਮਲ ਜੋ ਨਾਮ ਹੈ, ਇਸ ਕਰਕੇ ਬਿਰਤੀ ਜਿਨ੍ਹਾਂ ਦੀ ਉਜਲ ਹੋ ਗਈ ਹੈ, ਉਜਲ ਤੋਂ ਉਜਲ ਭਗਤੀ ਜਿਨ੍ਹਾਂ ਨੇ ਕੀਤੀ ਹੈ,
ਸਤ ਸਰੂਪ ਵਾਹਿਗੁਰੂ ਦੀ। ਉਹ ਆਪ ਵੀ ਨਿਰਮਲ ਹੈ, ਹੋਰਨਾਂ ਨੂੰ ਕਰਨੀ ਨਿਰਮਲੀ ਉਜਲ ਨਾਲ ਜੋੜ ਕੇ ਉਹਨਾਂ ਜੀਆਂ ਨੂੰ ਵੀ ਨਿਰਮਲ ਕਰਤਾ। ਬਿਰਤੀ ਵੀ ਨਿਰਮਲ ਹੋ ਗਈ ਉਹਨਾਂ ਦੀ। ਜਿਸਹਿ ਬੁਝਾਏ ਤਿਸਹਿ ਸਭ ਭਲੀ। ਭਾਈ ਜਿਨ੍ਹਾਂ ਨੂੰ ਮਹਾਰਾਜ ਸਮਝਾ ਦਿੰਦੇ ਉਹਨਾਂ ਨੂੰ ਭਲੀ ਪ੍ਰਕਾਰ ਸਭ ਕੁਝ ਵਾਹਿਗੁਰੂ ਸਤ ਹੀ ਦਿਸਦਾ ਹੈ। ਜਿਸ ਨੂੰ ਬੁਝਾ ਦੇ ਉਹਨੂੰ ਸਭ ਤਰ੍ਹਾਂ ਕਰਕੇ ਭਲੀ ਪਰਮੇਸ਼ਰ ਦੀ ਪ੍ਰੀਤੀ ਹੋਣ ਲੱਗਦੀ ਹੈ। ਉਹ ਭੁੱਲਦੇ ਨਹੀਂ ਉਸ ਪਰਮੇਸ਼ਰ ਨੂੰ। ਸਤਨਾਮ ਪ੍ਰਭ ਕਾ ਸੁਖਦਾਈ। ਭਾਈ ਉਸ ਰੂਪ ਦੇ ਪਛਾਣਨ ਵਾਸਤੇ ਸਰੂਪ ਲੱਛਣ ਰੂਪ ਕਹਿੰਦੇ ਹਨ। ਜਿਹੜਾ ਸਤਨਾਮ ਹੈ ਪ੍ਰਭੂ ਦਾ, ਤੇਰਾ ਪਰਾ ਪੂਰਬਲਾ, ਇਹੋ ਜੀਆਂ ਦੇ ਤਾਈ ਸੁਖਦਾਇਕ ਹੈ ਭਾਈ। ਐਸਾ ਸੱਚਾ ਨਾਮ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਇਹ ਭਰੋਸਾ ਵੀ ਸੱਚਾ ਹੈ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਪਾਈਦਾ ਹੈ। ਆਪ ਭਰੋਸਾ ਵੀ ਸਾਨੂੰ ਵਿਕਾਰੀ ਜੀਵਾਂ ਨੂੰ ਆਉਂਦਾ। ਤਬਦੀਲੀ ਵਾਲੀਆਂ ਚੀਜ਼ਾਂ 'ਚ ਫਸੇ ਰਹਿੰਦੇ ਹਾਂ। ਇਸ ਕਰਕੇ ਅਸੀਂ ਬ੍ਰਹਮ ਨੂੰ ਵੀ ਬਦਲਣ ਵਾਲਾ ਸਮਝਦੇ ਰਹਿੰਦੇ ਹਾਂ। ਸੱਚਾ ਭਰੋਸਾ ਵੀ ਗੁਰੂ ਨਾਨਕ ਜੀ ਤੋਂ ਪਾਈਦਾ ਹੈ। ਸਤ ਬਚਨ ਸਾਧੂ ਉਪਦੇਸ਼। ਭਾਈ ਸਤਿਗੁਰੂ ਨਾਨਕ ਸਾਹਿਬ ਸੰਤ ਹਨ। ਉਹ ਆਪ ਵੀ ਸੰਤ ਸਤ ਹਨ। ਉਹਨਾਂ ਦਾ ਜਿਹੜਾ ਉਪਦੇਸ਼ ਹੈ ਉਹ ਵੀ ਸਤ ਸਰੂਪ ਨੂੰ ਪ੍ਰਾਪਤੀ ਵਾਲੇ ਬਚਨ ਹਨ ਬਾਣੀ। ਸਤ ਤੇ ਜਨ ਜਾ ਕੈ ਹਿਰਦੈ ਪਰਵੇਸ਼। ਉਹ ਵੀ ਭਾਈ ਉਲਟ ਕੇ ਸਤ ਸਰੂਪ ਹੀ ਹੋ ਜਾਂਦੇ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਮਹਾਰਾਜ ਦੇ ਬਚਨ ਪ੍ਰਵੇਸ਼ ਹੋ ਜਾਂਦੇ ਹਨ। ਜਿਵੇਂ ਕਰੜ ਬੂਟੇ ਹੁੰਦੇ ਆ, ਉਹਨਾਂ ਨੂੰ ਤਰਿੰਦੀ ਬ੍ਰਿਸ਼ਾਂ ਦੀਆਂ ਦਾਬਾਂ ਨਾਲ ਲਾ ਲਾ ਕੇ ਕਰੜਾਂ ਨੂੰ ਤੇਂਦੂ ਕਰ ਦਈਦਾ ਹੈ। ਇਵੇਂ ਜੰਮਣ ਮਰਨ ਵਾਲੇ ਕਰੜ ਬ੍ਰਿਸ਼ਾਂ ਨੂੰ ਅਸੀਂ ਜਿਹੜੇ ਬ੍ਰਹਮ ਵੇਤੇ ਹਨ, ਮਹਾਰਾਜ ਜੀ ਭਗਤੀ ਦੀ ਪਿਉਂਦ ਲਾ ਕੇ ਬਿਰਤੀ ਨੂੰ ਕੱਟ ਕੱਟ ਕੇ ਉਹਦੇ ਵਿੱਚ ਸ਼ਰਧਾ ਦੇ ਭਗਤੀ ਦੇ ਬੰਦ ਪਾ ਪਾ ਕੇ ਲਿਵ ਜੋੜ ਕਰਕੇ ਉਹਨਾਂ ਨੂੰ ਪਿਉਂਦ ਕਰਕੇ ਪਰਮੇਸ਼ਰ ਦਾ ਰੂਪ ਹੀ ਬਣਾ ਦਿੰਦੇ ਹਨ। ਸਤ ਨਿਰਤ ਬੂਝੈ ਜੇ ਕੋਈ। ਭਾਈ ਸਤ ਤੇ ਨਿਰਤ ਨਾਉ ਝੂਠੇ ਦਾ ਹੁੰਦਾ ਹੈ। ਸਤ ਤੇ ਝੂਠ ਨੂੰ ਜੇ ਕੋਈ ਬੁੱਝ ਲਵੇ, ਸੱਚ ਦਾ ਨਿਰਣਾ ਕਰਕੇ ਸਾਧ ਸੰਗਤ ਜੀ ਜੇ ਕੋਈ ਬੁੱਝ ਲਵੇ, ਸਤ ਸਰੂਪ ਦੀ ਜੇ ਕੋਈ ਪ੍ਰੀਤੀ ਕਰਕੇ ਬੁੱਝ ਲਵੇ, ਨਾਮ ਜਪਤ ਤਾਕੀ ਗਤ ਹੋਏ। ਤੇ ਦੱਸਦੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਰਾਹੀਂ ਉਹ ਪਰਮੇਸ਼ਰ ਦਾ ਨਾਮ ਜਪੇ ਤੇ ਉਸ ਦੀ ਗਤ ਕਲਿਆਣ ਭਾਵ ਮੁਕਤੀ ਹੋ ਜਾਵੇਗੀ। ਆਪ ਸਤ ਕੀਆ ਸਭ ਸਤ। ਭਾਈ ਇਹ ਤਾਂ ਸਾਧ ਸੰਗਤ ਵਾਹਿਗੁਰੂ ਆਪ ਹੀ ਸਤ ਹੈ। ਇਹ ਜੋ ਕੁਝ ਉਸਨੇ ਕੀਤਾ ਹੈ ਸਭ ਸਤ ਸਰੂਪ ਹੀ ਕੀਤਾ ਹੈ। ਕੁਝ ਵੀ ਝੂਠਾ ਨਹੀਂ, ਸਭ ਕੁਝ ਸੱਚ ਕੀਤਾ ਹੈ। ਆਪੇ ਜਾਣੈ ਆਪਣੀ ਮਿਤ ਗਤ। ਇਹ ਤਾਂ ਮਹਾਰਾਜ ਸਾਹਿਬ ਤੋਂ ਸਵਾਂਗ ਬਣ ਕੇ ਰੂਪ ਪ੍ਰਤੀਤ ਹੁੰਦਾ ਹੈ। ਇਹ ਤੋਂ ਜੰਮਦੀ ਮਰਦੀ ਦੁਨੀਆ ਦਿਸਦੀ ਹੈ। ਇਹ ਮਿਤ ਮਰਿਆਦਾ ਨੂੰ ਮੇਰਾ ਵਾਹਿਗੁਰੂ ਆਪ ਹੀ ਜਾਣਦਾ ਹੈ। ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ। ਭਾਈ ਜਿਸ ਵਾਹਿਗੁਰੂ ਦੀ ਇਹ ਸ੍ਰਿਸ਼ਟੀ ਹੈ, ਕਰਨ ਵਾਲਾ ਤਾਂ ਉਹ ਵੀ ਆਪ ਹੀ ਹੈ। ਦੂਸਰਾ ਕਰਨ ਵਾਲਾ ਤਾਂ ਹੋਰ ਕੋਈ ਨਹੀਂ ਹੈ। ਪਾਲਣਾ ਵੀ ਉਹ ਆਪ ਹੀ ਕਰਦਾ ਹੈ। ਅਵਰ ਨ ਬੂਝ ਕਰਤ ਵਿਚਾਰ। ਜੇ ਹੋਰ ਕੋਈ ਭਾਈ ਵਿਚਾਰ ਕਰੇ ਕਿ ਮੈਂ ਦੁਨੀਆ ਦਾ ਨਿਰਣਾ ਕਰ ਲੂੰ, ਕਿਸੇ ਨੂੰ ਬੂਝ ਸਮਝ ਨਹੀਂ ਜਿਹੜਾ ਵਿਚਾਰ ਕਰ ਸਕੇ। ਉਹ ਆਪ ਦੀ ਗਤੀ ਨੂੰ ਆਪ ਹੀ ਵਿਚਾਰ ਸਕਦਾ ਹੈ, ਆਪ ਹੀ ਨਿਰਣਾ ਕਰ ਸਕਦਾ ਮੇਰਾ ਵਾਹਿਗੁਰੂ। ਕਰਤੇ ਕੀ ਮਿਤ ਨ ਜਾਣੈ ਕੀਆ। ਹੁਣ ਦੱਸਦੇ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਰਾਹੀਂ, ਜੇ ਕੋਈ ਮੁਕਾਬਲਾ ਕਰੇ ਕਿ ਮੈਂ ਜਾਣ ਸਕਦਾ, ਮਹਾਰਾਜ ਕਹਿੰਦੇ ਕਰਤਾ ਪੁਰਖ ਦੀ ਮਿਤ ਮਰਿਆਦਾ ਨੂੰ ਇਹ ਅਲਪੱਗ ਜੀਵ ਕੀ ਜਾਣ ਸਕਦਾ ਹੈ। ਨਹੀਂ, ਇਹ ਨਹੀਂ ਸਮਝ ਸਕਦਾ। ਜਿਵੇਂ ਸਤਿਗੁਰੂ ਪਿੱਛੇ ਦੱਸ ਆਏ, ਪਿਤਾ ਕਾ ਜਨਮ ਕੇ ਜਾਣੈ ਪੂਤ। ਭਲਾ ਪਿਤਾ ਦੇ ਜਨਮ ਦਾ ਪੁੱਤਰ ਨੂੰ ਕਿਵੇਂ ਪਤਾ ਹੈ।
ਮਹਾਰਾਜ ਸਾਹਿਬ ਦੱਸਦੇ, ਭਾਈ ਇਹ ਲਪੱਗ ਜੀਵ ਕੁਝ ਨਹੀਂ ਸਮਝ ਸਕਦਾ। ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਮਹਾਰਾਜ ਸਾਹਿਬ ਕਹਿੰਦੇ, ਜੋ ਤਿਸ ਨੂੰ ਭਾਉਂਦਾ ਸੋ ਵਰਤੀਆ, ਉਹ ਹੀ ਵਰਤਾਉਂਦਾ ਹੈ, ਉਹ ਵਰਤਾਰਾ ਵਰਤਦਾ ਹੈ। ਪਿੱਛੇ ਜੋ ਤਿਸ ਭਾਉਂਦਾ ਸੀ ਉਹੀ ਵਰਤਦਾ ਸੀ, ਉਹੀ ਵਰਤੀਆ ਭਾਵ ਵਰਤਿਆ ਸੀ। ਜੋ ਤਿਸ ਨੂੰ ਭਾਉਂਦਾ ਹੁਣ ਉਹ ਵਰਤੀਆ ਵਰਤ ਰਿਹਾ ਹੈ। ਅੱਗੇ ਨੂੰ ਵੀ ਜੋ ਭਾਵੇਗਾ ਵਾਹਿਗੁਰੂ ਨੂੰ ਉਹ ਵਰਤਾਰਾ ਵਰਤੇਗਾ। ਬਿਸਮਨ ਬਿਸਮਨ ਬਿਸਮ ਭਏ ਬਿਸਮਾਦ। ਬਿਸਮਨ ਜਿਨ੍ਹਾਂ ਨੇ ਵਿਸ਼ੇ ਮਨ ਦੇ ਸਾਧ ਸੰਗਤ ਜੀ ਬਿਸਮ ਨਾਲ ਰੋਕ ਲਏ ਆ, ਉਹ ਭਏ ਬਿਸਮਾਦ। ਮਨ ਦੇ ਅੰਦਰ ਵਿਸ਼ੇ ਹੀ ਮਨ ਨੂੰ ਚੰਚਲ ਕਰਨ ਵਾਲੇ ਆ। ਸ਼ਬਦ ਸਪਰਸ਼ ਰੂਪ ਰਸ ਗੰਧ, ਜਿਨ੍ਹਾਂ ਨੇ ਇਹਨਾਂ ਵਿਸ਼ਿਆਂ ਨੂੰ ਬਿਸਮ ਨਾਲ ਰੋਕ ਲਿਆ ਹੈ। ਵਿਸ਼ੇਸ਼ ਕਰਕੇ ਛਪਨ ਨਾਉ ਹੈ ਨਾਸ਼ ਕਰਨ ਦਾ। ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਵਿਸ਼ਿਆਂ ਨੂੰ ਰੋਕ ਲਿਆ, ਮਾਰ ਲਿਆ, ਉਹ ਭਏ ਬਿਸਮਾਦ ਭਾਵ ਅਸਚਰਜ ਰੂਪ ਹੀ ਉਲਟ ਹੋ ਕੇ ਜਾਂਦੇ ਆ। ਬਿਸਮਾਦ ਸਰੂਪ ਨੂੰ ਜਾਣ ਕਰਕੇ ਅਸਚਰਜ ਤੋਂ ਅਸਚਰਜ ਹੋ ਗਏ ਆ। ਜਿਨ ਬੂਝਿਆ ਤਿਸ ਆਇਆ ਸਵਾਦ। ਹੁਣ ਦੱਸਦੇ ਆ, ਜਿਨ੍ਹਾਂ ਨੇ ਭਾਈ ਇਹ ਗੁਰਾਂ ਦੁਆਰਾ ਬੁੱਝਿਆ ਪੁੱਛਿਆ ਹੈ ਤੇ ਸਮਝਿਆ ਹੈ ਨਾਮ ਨੂੰ, ਉਹਨਾਂ ਨੂੰ ਰਸ ਆਇਆ। ਇਸ ਆਤਮਾਨੰਦ ਦਾ ਦੁਨੀਆ ਨੂੰ ਕੀ ਪਤਾ ਹੈ। ਜਿਵੇਂ ਸਾਧ ਸੰਗਤ ਜੀ ਕੀੜੀਆਂ ਸੀ, ਉਹ ਮਿਸ਼ਰੀ ਦੇ ਪਹਾੜ ਤੇ ਗਈਆਂ। ਕਿਹਾ, ਕੀੜੀਓ ਚਲੋ ਮਿਸ਼ਰੀ ਦਾ ਪਹਾੜ ਮਿਲ ਗਿਆ, ਤੁਸੀਂ ਕਿੱਧਰ ਭਟਕਦੀਆਂ ਫਿਰਦੀਆਂ ਹੋ। ਉਹ ਆਈਆਂ ਤੇ ਸਾਰੇ ਮਿਸ਼ਰੀ ਦੇ ਢੇਰ ਉੱਤੇ ਤੁਰੀਆਂ ਫਿਰਦੀਆਂ ਤਾਂ ਸਵਾਦ ਕੁਝ ਨਹੀਂ ਆਇਆ। ਕਹਿੰਦੀਆਂ, ਸਾਨੂੰ ਤਾਂ ਮਿਸ਼ਰੀ ਦਾ ਸਵਾਦ ਨਹੀਂ ਆਇਆ, ਤੂੰ ਤਾਂ ਮਿੱਠੀ ਦੱਸਦੀ ਹੈ ਮਿਸ਼ਰੀ। ਉਸਨੇ ਜਦੋਂ ਵੇਖਿਆ ਉਹਨਾਂ ਨੇ ਮੂੰਹ ਵਿੱਚ ਲਿੱਦਾਂ ਦੇ ਡੱਕੇ ਫੜੇ ਹੋਏ ਹਨ, ਕਹਿਣ ਲੱਗੀ, ਇਹ ਲਿੱਦਾਂ ਦੇ ਡੱਕੇ ਛੱਡ ਦਿਓ ਤੇ ਮੂੰਹ ਪਾਣੀ ਨਾਲ ਧੋ ਆਓ, ਫਿਰ ਮਿਸ਼ਰੀ ਵਿੱਚ ਵੜੋ। ਜਿਸ ਵੇਲੇ ਫਿਰ ਮਿਸ਼ਰੀ ਤੇ ਚੜ੍ਹੀਆਂ, ਫਿਰ ਇੱਕ ਪਾਸੇ ਹੀ ਲੱਗ ਗਈਆਂ, ਉਥੋਂ ਹੀ ਨਾ ਹਿੱਲੀਆਂ। ਇਸੇ ਪ੍ਰਕਾਰ ਸਾਧ ਸੰਗਤ ਜੀ, ਅਸੀਂ ਜੀਵ ਜੰਤ ਜਿੰਨੇ ਆ ਪਰਮੇਸ਼ਰ ਦਾ ਆਨੰਦ ਚਾਹੁੰਦੇ ਆ ਕਿ ਸਾਨੂੰ ਪ੍ਰਾਪਤ ਹੋਵੇ, ਪਰ ਵਾਸ਼ਨਾ ਰੂਪੀ ਲਿੱਦ ਦੇ ਡੱਕੇ ਸਾਡੇ ਅੰਤਹਿਕਰਨ ਮੂੰਹ ਵਿੱਚ ਪਏ ਹੋਏ ਆ। ਜੇ ਵੈਰਾਗ ਰੂਪੀ ਪਾਣੀ ਨਾਲ ਮੂੰਹ ਧੋ ਲਈਏ, ਫਿਰ ਅੰਮ੍ਰਿਤ ਰੂਪ ਜੋ ਆਨੰਦ ਹੈ ਇਹ ਉਹਨਾਂ ਨੂੰ ਸਵਾਦ ਆਵੇਗਾ। ਜਿਨ੍ਹਾਂ ਦੇ ਵਾਸ਼ਨਾ ਰੂਪ ਡੱਕੇ ਮੂੰਹ ਚੋਂ ਨਿਕਲ ਜਾਣਗੇ, ਇਉਂ ਜਿਨ੍ਹਾਂ ਨੇ ਬੁੱਝਿਆ ਸਮਝਿਆ ਹੈ ਉਹਨਾਂ ਨੂੰ ਸਵਾਦ ਰਸ ਆਇਆ। ਪ੍ਰਭ ਕੈ ਰੰਗ ਰਾਚ ਜਨ ਰਹੇ। ਦੱਸਦੇ ਆ ਸਤਿਗੁਰੂ ਜੀ, ਉਹ ਤਾਂ ਵਾਹਿਗੁਰੂ ਦੇ ਰੰਗ 'ਚ ਭਗਤ ਜਨ ਹਰ ਵਕਤ ਰਚੇ ਹੀ ਰਹਿੰਦੇ ਆ। ਗੁਰ ਕੈ ਬਚਨ ਪਦਾਰਥ ਲਹੇ। ਇਹ ਭਾਈ ਸਤਿਗੁਰਾਂ ਦੇ ਬਚਨਾਂ ਨੂੰ ਮੰਨ ਕੇ ਇਹ ਮੁਕਤ ਰੂਪੀ ਪਦਾਰਥ, ਗਿਆਨ ਰੂਪੀ ਪਦਾਰਥ, ਨਾਮ ਰੂਪੀ ਪਦਾਰਥ ਅਤੇ ਸਰੂਪ ਰੂਪੀ ਪਦਾਰਥ ਨੂੰ ਉਹ ਲੈ ਲੈਂਦੇ ਹਨ। ਓਏ ਦਾਤੇ ਦੁੱਖ ਕਾਟਨਹਾਰ। ਉਹ ਤਾਂ ਭਈ ਮਹਾਰਾਜ ਨੇ ਦਾਤੇ ਬਣਾਏ ਹੋਏ, ਪ੍ਰੇਮੀ ਅਗਾਹਾਂ ਵਰਸਾਏ ਹੋਏ ਆ, ਦਾਤੇ ਬਣ ਜਾਂਦੇ ਆ। ਉਹ ਜੀਆਂ ਦਾ ਜੰਮਣ ਮਰਨ ਦਾ ਦੁੱਖ ਕੱਟਣ ਵਾਲੇ ਬਣ ਜਾਂਦੇ ਆ। ਜਾ ਕੈ ਸੰਗ ਤਰੈ ਸੰਸਾਰ। ਜਿਨ੍ਹਾਂ ਗੁਰਮੁਖਾਂ ਦੀ ਸੰਗਤ ਕਰਕੇ ਸੰਸਾਰ ਉਧਰ ਜਾਂਦਾ ਹੈ, ਤਰ ਜਾਂਦਾ ਹੈ, ਉਹ ਦਾਤੇ ਬਣਾਏ ਮਹਾਰਾਜ ਨੇ। ਜਨ ਕਾ ਸੇਵਕ ਸੋ ਵਡ ਭਾਗੀ। ਜਿਹੜਾ ਮਹਾਰਾਜ ਦਾ ਸੇਵਕ ਬਣਿਆ, ਜਨਾਂ ਉਹਨਾਂ ਪਿਆਰਿਆਂ ਦਾ, ਉਹ ਬੜਿਆਂ ਵੱਡਿਆਂ ਭਾਗਾਂ ਵਾਲਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਜਨ ਕੈ ਸੰਗ ਏਕ ਲਿਵ ਲਾਗੀ। ਵਾਹਿਗੁਰੂ ਦੇ ਪਿਆਰਿਆਂ ਦੇ ਨਾਲ ਮਿਲ ਕੇ ਇੱਕ ਵਾਹਿਗੁਰੂ ਵਿੱਚ ਲਿਵ ਲੱਗ ਜਾਂਦੀ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੈ। ਮਹਾਰਾਜ ਦੇ ਜਾਣਨ ਵਾਲੇ ਜਿਹੜੇ ਗੋਬਿੰਦ ਦੇ ਗੁਣਾਂ ਨੂੰ ਉਚਾਰਦੇ ਆ ਤੇ ਕੀਰਤਨ ਸੰਤ ਜਨਾਂ ਨਾਲ ਮਿਲ ਕੇ ਵਾਹਿਗੁਰੂ ਦਾ ਗਾਉਂਦੇ ਆ। ਗੁਰ ਪ੍ਰਸਾਦ ਨਾਨਕ ਫਲ ਪਾਵੈ।
ਸਤਿਗੁਰੂ ਸਾਹਿਬ ਜੀ ਕਹਿੰਦੇ ਆ, ਇਉਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ, ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਨਾਲ ਉਹ ਵਾਹਿਗੁਰੂ ਦੀ ਪ੍ਰਾਪਤੀ ਰੂਪ ਫਲ ਗਿਆਨ ਦਾ ਪ੍ਰਾਪਤ ਕਰ ਲੈਂਦੇ ਹਨ। ਤੋ ਸਾਧ ਸੰਗਤ ਜੀ, ਇਹ ਸੀ 16ਵੀਂ ਅਸ਼ਟਪਦੀ ਜੋ ਸਤਿਗੁਰੂ ਜੀ 16ਵੇਂ ਸ਼ਲੋਕ ਦਾ ਤਤ ਭਾਵ ਇਸ ਅਸ਼ਟਪਦੀ ਰਾਹੀਂ ਅਥਾ ਵਿਖਿਆਨ ਆਪ ਕਰਵਾ ਕੇ ਦੱਸਦੇ ਹਨ ਸਾਨੂੰ। ਸੋ ਆਓ ਗੁਰਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਔਰ ਵਿੱਚ ਲਗਾ ਮਾਤਰਾਂ ਪੜ੍ਹਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਸਾਧ ਸੰਗਤ ਜੀ, ਆਪ ਬਖਸ਼ਣ ਯੋਗ ਹੋ ਬਖਸ਼ ਲੈਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਹਾਰ ਪਿਤਾ ਹਨ, ਬਖਸ਼ ਲੈਣ। ਆਓ ਸਮਾਪਤੀ ਵਾਲੀਆਂ 16ਵੀਂ ਅਸ਼ਟਪਦੀ ਦੀਆਂ ਜੋ ਪੰਕਤੀਆਂ ਹਨ ਉਹ ਅਸੀਂ ਪੜ੍ਹ ਕੇ ਗਾ ਕੇ ਸਰਵਣ ਕਰਨਾ ਕਰੀਏ ਜੀ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।